ਦੇਸ਼ ਦਾ ਕਿਸਾਨ ਆਪਣੇ ਭਵਿੱਖ ਹੋਂਦ ਵਜੂਦ ਦੀ ਖਾਤਰ ਸੰਘਰਸ਼ ਕਰ ਰਿਹਾ ਤੇ ਅੱਜ ਉਹਨਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਆ। ਉਹ ਕਿਸਾਨ ਜਿਹੜਾ ਹਰ ਰੋਜ਼ ਸਦੀਆਂ ਤੋਂ ਜਦੋਂ ਦੀ ਦੁਨੀਆ ਵਸੇ ਜੀ ਲੋਕਾਂ ਦਾ ਢਿੱਡ ਭਰਦਾ ਤੇ ਅੱਜ ਉਹ ਆਪ ਖੁਦ ਭੁੱਖ ਹੜਤਾਲ ਤੇ ਨੇ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਐਮਪੀ ਉਹ ਵੀ ਜੰਤਰ ਮੰਤਰ ਤੇ ਭੁੱਖ ਹੜਤਾਲ ਰੱਖ ਦਿੰਦੇ ਨੇ। ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ। ਜੰਤਰ ਮੰਤਰ ਤੋਂ ਸਾਡੇ ਨਾਲ ਨੇ ਕਾਂਗਰਸ ਦੀ ਐਮਪੀ ਜਸਬੀਰ ਸਿੰਘ ਗਿੱਲ, ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਕੁਲਬੀਰ ਸਿੰਘ ਜੀਰਾ। ਡਿੰਬਾ ਭਾਈ, ਇਹ ਕਿਸਾਨਾਂ ਨੇ ਤੇ ਰੱਖੀ, ਉਹਨਾਂ ਦਾ ਤੇ ਮੰਗ ਜਾਇਜ਼ ਆ। ਦਿੱਲੀ ਦੇ ਮੁੱਖ ਮੰਤਰੀ ਉਸ ਤੋਂ ਬਾਅਦ ਤੁਸੀਂ ਵੀ ਇਹ ਥੋੜਾ ਸਮਝਾ ਦੋਗੇ ਜੀ। ਦੇਖੋ ਗੱਲ ਇਹ ਆ, ਅੱਜ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਤੇ ਕੁਲਬੀਰ ਜੀਰਾ ਜੀ, ਕਿਸਾਨ ਜਥੇਬੰਦੀਆਂ ਨੂੰ ਜਿਹੜਾ ਵਾ ਉਹਨਾਂ ਨੂੰ ਸਮਰਥਨ ਦੇਣ ਵਾਸਤੇ, ਕਿਸਾਨ ਨੂੰ ਸਮਰਥਨ ਦੇਣ ਵਾਸਤੇ ਅੱਜ ਜੇ ਅਸੀਂ ਇੱਥੇ ਧਰਨਾ ਲਾਇਆ ਤੇ ਅਸੀਂ ਕਿਸਾਨ ਦੀ ਆਵਾਜ਼ ਬਣ ਕੇ ਲਾਇਆ, ਕਿਸਾਨ ਦਾ ਨੁਮਾਇੰਦੇ ਹੋਣ ਦੇ ਉੱਤੇ ਲਾਇਆ। ਸਾਡਾ ਜਿਹੜਾ ਬੜਾ ਕਲੀਅਰ ਜਿਹਾ ਏਜੰਡਾ ਵਾ ਕਿ ਅਸੀਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਦੀ ਸੋਚ, ਕਿਸਾਨ ਦੀਆਂ ਲੋੜਾਂ ਤੇ ਕਿਸਾਨ ਤੇ ਪਈ ਵਿਪਤਾ ਨੂੰ ਨਜਿੱਠਣ ਵਾਸਤੇ ਅਸੀਂ ਇਕੱਠੇ ਇਸ ਥਾਂ ਦੇ ਉੱਤੇ ਅਸੀਂ ਅੱਜ ਸਾਡਾ ਦੂਜੇ ਹਫ਼ਤੇ 'ਚ ਧਰਨਾ ਜਿਹੜਾ ਚੱਲ ਰਿਹਾ। ਤੇ ਜਿੰਨੀ ਦੇਰ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਰਵਾਂਗੇ। ਜੋ ਐਲਾਨ ਜਾਂ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦੇਣਗੀਆਂ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਰੱਖਤਾ ਜੀ ਇੱਕ ਦਿਨ ਦੀ ਭੁੱਖ ਹੜਤਾਲ, ਵੇਖੋ ਮੈਂ ਸਮਝਦਾ ਵਾਂ ਕਿ ਜਿਹੜਾ ਵੀ ਪਾਰਟੀ ਤੇ ਜਿਹੜਾ ਵੀ ਲੀਡਰ ਕਿਸਾਨ ਦਾ ਸਮਰਥਨ ਕਰਨਾ ਚਾਹੁੰਦਾ ਵਾ ਅਸੀਂ ਉਹਨੂੰ ਜੀ ਆਇਆਂ ਕਹੀਏ। ਉਹ ਥੋੜ੍ਹਾ ਕਰੇ ਬਹੁਤਾ ਕਰੇ, ਕਿਸਾਨ ਦੀ ਹੱਕ 'ਚ ਆਵਾਜ਼ ਉਠਾਏ, ਮੈਨੂੰ ਉਹਦੇ 'ਤੇ ਕੋਈ ਆਪਤੀ ਨਹੀਂ। ਤਾਂ ਲੱਗਦਾ ਕਿ ਸੈਂਟਰ ਸਰਕਾਰ ਤੇ ਦਬਾਅ ਪਏਗਾ, ਕਿਸਾਨਾਂ ਦੇ ਭੁੱਖ ਹੜਤਾਲ ਦੇ ਨਾਲ ਦਬਾਅ ਪਏਗਾ ਜਾਂ ਤੁਹਾਡੇ ਭੁੱਖ ਹੜਤਾਲ ਰੱਖਣਾ ਦਬਾਅ ਪਏਗਾ ਜੀ? ਇਹ ਬੂੰਦ ਬੂੰਦ ਦਾ ਗਾਗਰ ਭਰਦੀ ਹੈ। ਹਰ ਬੰਦਾ ਜਿਹੜਾ ਅਰਦਾਸ ਕਰਦਾ ਨਾ ਉਹਦਾ ਵੀ ਬਲ ਜਿਹੜਾ ਇਸ ਅੰਦੋਲਨ ਨੂੰ ਮਿਲਦਾ। ਇਹ ਸਾਰੇ ਜਾਣੇ ਜਿੰਨੇ ਕਿਸਾਨ ਹਿਤੈਸ਼ੀ ਲੋਕ ਨੇ, ਜਿੰਨੇ ਸਾਫ ਸੁਥਰੀ ਚੰਗੀ ਸੋਚ ਰੱਖਣ ਵਾਲੇ ਲੋਕ ਨੇ, ਜਿੰਨਾ ਉਹ ਸਮਰਥਨ ਦੇਣਗੇ ਇਹ ਅੰਦੋਲਨ ਹੋਰ ਮਜ਼ਬੂਤ ਹੋਊਗਾ। ਮੈਂ ਸਮਝਦਾ ਇਸ ਦਾ ਬਹੁਤ ਲੰਮਾ ਅਸਰ ਪੈਂਦਾ ਸਾਰੇ ਪਾਸੇ, ਹਰ ਇੱਕ ਦੇ ਉਦਮ ਦਾ ਅਸਰ ਇਸ ਅੰਦੋਲਨ ਨੂੰ ਬਲ ਮਿਲਦਾ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਪੰਜਾਬ ਸਰਕਾਰ ਡਰਾਮੇ ਕਰ ਰਹੀ ਹੈ ਜੀ ਇਸ ਮਸਲੇ ਤੇ। ਕੈਪਟਨ ਅਮਰਿੰਦਰ ਸਿੰਘ ਇੱਕ ਲਾਮਿਸਾਲ ਪੰਜਾਬ ਹਿਤੈਸ਼ੀ ਲੀਡਰ ਹੈ, ਜਿਨ੍ਹਾਂ ਪੰਜਾਬ ਦੀ ਜਵਾਨੀ ਬਚਾਈ, ਪੰਜਾਬ ਦਾ ਪਾਣੀ ਬਚਾਇਆ, ਪੰਜਾਬ ਦੀ ਕਿਸਾਨੀ ਬਚਾਉਣ ਨੂੰ ਬਚਾਈ। ਉਹਨੂੰ ਮੈਂ ਅਪੀਲ ਕਰਨੀ ਚਾਹੁੰਦਾ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ, ਇਹ ਅੰਨਦਾਤੇ ਦੀ ਰਿਜ਼ਕ ਦਾ ਆਪਣੇ ਦਾ ਸਵਾਲ ਆ। ਸਿਆਸਤ ਬਾਅਦ ਚੋਂ ਕਰ ਲਾਂਗੇ, ਇੱਥੇ ਸਿਆਸਤ ਨਾ ਕਰੀ, ਇਹਦੇ ਤੇ ਸਿਆਸਤ ਨਾ ਕਰੀਏ। ਸਿਆਸਤ ਕਰਦੇ ਹੋਰ ਬੜੇ ਮੌਕੇ ਮਿਲ ਜਾਣਗੇ। ਅੱਜ ਸਿਰਫ ਤੇ ਸਿਰਫ ਕਿਸਾਨ ਦਾ ਦਰਦ ਸਮਝੋ ਤੇ ਕਿਸਾਨ ਦਾ ਸਾਥ ਦਿਓ। ਬੀਜੇਪੀ ਕਹਿ ਰਹੀ ਨੇ ਕਿ ਕਿਸਾਨਾਂ ਨੂੰ ਆਪਣੀ ਮੰਗ ਤੇ ਫੋਕਸ ਕਰਨਾ ਚਾਹੀਦਾ ਹੈਗਾ, ਉਹ ਮੰਗਾਂ ਤੇ ਨਹੀਂ ਫੋਕਸ ਕਰ ਰਹੇ ਹੈਗੇ ਨੇ। ਉਹ ਮੁੱਦਿਆਂ ਨੂੰ ਇਹ ਕਹਿ ਰਹੇ ਕਿ ਬਿੱਲ ਵਾਪਸ ਕਰੋ, ਜਦ ਕਿ ਉਹਨਾਂ ਦੀ ਸੀ ਇਹਦੇ ਜਿਹੜੀਆਂ ਤਰੁੱਟੀਆਂ ਨੇ ਉਹ ਦੂਰ ਕੀਤੀਆਂ ਜਾਣ, ਉਹ ਸਰਕਾਰ ਨੇ ਦੂਰ ਕਰਤੀਆਂ। ਜਿਹੜਾ ਬਿੱਲ ਤੁਸੀਂ ਕਿਸਾਨਾਂ ਲਈ ਬਣਾਇਆ, ਅੱਜ ਜਿਹੜੇ ਮੱਧ ਪ੍ਰਦੇਸ਼ ਦੇ ਕਿਸਾਨ ਲੀਡਰ ਨੇ ਜਿਹੜੇ ਉਸ ਦਿਨ ਮੀਟਿੰਗ ਦੇ ਵਿੱਚ ਗਏ ਸੀ ਤੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਮੱਧ ਪ੍ਰਦੇਸ਼ 'ਚ ਸੰਘਰਸ਼ ਕੀਤਾ, ਉਹਨਾਂ ਨੇ ਦੱਸਿਆ ਕਿ ਅਮਿਤ ਸ਼ਾਹ ਹੁਣੀ ਕਹਿੰਦੇ ਵੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਆ ਕਿ ਅਸੀਂ ਆਹ ਬਿੱਲ ਜਿਹੜੇ ਆ ਇਹ ਕਿਸਾਨਾਂ ਨਾਲ ਸਲਾਹ ਨਹੀਂ ਕੀਤੀ। ਅਮਿਤ ਸ਼ਾਹ ਜੀ ਜੇ ਗੱਲ ਆਪ ਕਹਿ ਰਹੇ ਆ ਤੇ ਕਿਸਾਨਾਂ ਦੇ ਕਹਿ ਰਹੇ ਆ ਅਸੀਂ ਭਲੇ ਲਈ ਇਹ ਬਿੱਲ ਲੈ, ਜੇ ਕਿਸਾਨਾਂ ਨੂੰ ਉਹ 'ਚ ਭਲਾ ਨਹੀਂ ਦਿਖਦਾ, ਕਿਸਾਨ ਦਾ ਹੱਕ ਮਰਦਾ, ਤੇ ਫਿਰ ਬਿੱਲ ਖਤਮ ਕਰਨ ਦੇ ਵਿੱਚ ਉਹ ਕੀ ਹਰਜ ਆ? ਦੁਬਾਰਾ ਕਿਸਾਨਾਂ ਨੂੰ ਜੇ ਦੁਬਾਰਾ ਬਣਾਉਣੇ, ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਬਣਾਓ। ਹੁਣ ਜੇ ਬੰਦੇ ਬਿੱਲ ਹੀ ਗਲਤ ਬਣ ਗਏ ਆ, ਕਾਨੂੰਨ ਹੀ ਗਲਤ ਬਣ ਗਏ, ਉਹਨੂੰ ਖਤਮ ਕਰ ਦਿਓ। ਉਹਦੇ ਵਿੱਚ ਜਿੱਦ ਕਰਨ ਦੀ ਕੀ ਲੋੜ? ਪ੍ਰਕਾਸ਼ ਜੀ ਕਹਿ ਰਹੇ ਨੇ ਕਿ ਕਾਂਗਰਸ ਕਿਸ ਮੂੰਹ ਦੇ ਨਾਲ ਗੱਲਾਂ ਕਰਦੀ, ਇਹਨਾਂ ਦੇ ਤਾਂ ਚੋਣ ਘੋਸ਼ਣਾ ਪੱਤਰ ਦਾ ਪਾਰਟ ਰਿਹਾ ਜੀ। ਦੇਖੋ ਸਾਡਾ, ਜੇ ਮੈਂ ਸੋਮ ਪ੍ਰਕਾਸ਼ ਜੀ ਨੂੰ
ਘੋਸ਼ਣਾ ਪੱਤਰ ਦੀ ਕਾਪੀ ਭੇਜ ਦਿਆਂਗਾ, ਉਹ ਧਿਆਨ ਨਾਲ ਪੜ੍ਹ ਲੈਣ। ਬੜੇ ਸਤਿਕਾਰਯੋਗ ਨੇ ਸਾਡੇ। ਕਾਂਗਰਸ ਨੇ ਇਹ ਕਿਹਾ ਸੀ ਅਸੀਂ ਮੰਡੀਆਂ ਹੋਰ ਖੋਲਾਂਗੇ, ਵੀ ਜਿਹੜਾ ਕਿਸਾਨ ਨੂੰ ਅੱਜ 10 ਕਿਲੋਮੀਟਰ ਜਾਣਾ ਪੈਂਦਾ ਉਹਨੂੰ 2 ਕਿਲੋਮੀਟਰ ਜਾਣਾ ਪਵੇ। ਜੇ ਇਹਦੇ ਵਿੱਚ ਕੋਈ ਗਲਤ ਹੈਗਾ ਤੇ ਤਾਂ ਦੱਸੋ। ਅਸੀਂ ਤਾਂ ਮੰਡੀਆਂ ਹੋਰ ਖੋਲਣ ਦੀ ਗੱਲ ਕੀਤੀ, ਇਹ ਥੋੜਾ ਕੀਤਾ ਵੀ ਅਸੀਂ ਮੰਡੀਆਂ ਹੀ ਖਤਮ ਕਰ ਦਿਆਂ। ਤੁਸੀਂ ਤਾਂ ਮੰਡੀਆਂ ਹੀ ਖਤਮ ਕਰ ਦਿੱਤੀ ਹੈ। ਬਾਕੀ ਬੀਜੇਪੀ ਤੋਂ ਝੂਠ ਬੋਲਣ ਦੀ ਮੁਹਾਰਤ ਹਾਸਲ ਕਰਦੀ ਹੈ। ਤਾਂ ਵੇਖੋ, ਕਦੀ ਕਹਿ ਦਿੰਦੇ ਆ ਤੁਸੀਂ ਰਾਜਨੀਤੀ ਕਰਦੇ ਹੋ ਕਿਸਾਨ ਮੁੱਦਿਆਂ ਤੇ। ਮੈਂ ਸਮਝਦਾ ਵੀ ਇਹ ਬੀਜੇਪੀ ਹੈ ਜਿਹਨੇ ਭਗਵਾਨ ਰਾਮ ਜੀ ਦੇ ਨਾਂ ਤੇ ਰਾਜਨੀਤੀ ਕੀਤੀ, ਰਾਮ ਮੰਦਰ ਦੇ ਨਾਂ ਤੇ ਰਾਜਨੀਤੀ ਕੀਤੀ, ਸ਼ਮਸ਼ਾਨ ਤੇ ਕਬਰਸਤਾਨ ਦੇ ਨਾਂ ਤੇ ਰਾਜਨੀਤੀ ਕੀਤੀ। ਕੀ ਖਾਓਗੇ ਕੀ ਪਾਓਗੇ ਉਹਦੇ ਤੇ ਰਾਜਨੀਤੀ ਕੀਤੀ। ਕੌਣ ਕਿਹਦੇ ਨਾਲ ਵਿਆਹ ਕਰੂਗਾ ਕੌਣ ਨਹੀਂ ਕਰੂਗਾ ਉਹਦੇ ਤੇ ਰਾਜਨੀਤੀ ਕੀਤੀ। ਤੇ ਜਿਹੜੀ ਬੀਜੇਪੀ ਸਰਕਾਰ ਹਰ ਮੁੱਦੇ ਤੇ ਰਾਜਨੀਤੀ ਕਰਦੀ ਆ, ਉਹਨੂੰ ਜਿਹੜਾ ਵਾ ਸਾਡੇ ਵਰਗੇ ਸਿੱਧੇ ਜਿਹੜੇ ਜੱਟਾਂ ਦੇ ਸਮਰਥਕ ਨੇ, ਜ਼ਿਮੀਂਦਾਰ ਨੇ, ਸਾਡੀ ਜ਼ਿਮੀਂਦਾਰ ਦੇ ਮੁੱਦਿਆਂ ਨੂੰ, ਜ਼ਿਮੀਂਦਾਰ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਇਮਾਨਦਾਰੀ ਨਾਲ ਸਮਰਥਨ ਦੇ ਰਹੇ ਹਾਂ, ਉਹ 'ਚ ਵੀ ਰਾਜਨੀਤੀ ਲੱਗਦੀ ਹੈ। ਸੋ ਬੀਜੇਪੀ ਦੀ ਕਹਿਣੀ ਤੇ ਕਥਨੀ 'ਚ ਬਹੁਤ ਫਰਕ ਹੈ। 19 ਦਿਨ ਹੋ ਚੁੱਕੇ ਵੈਸੇ ਤਾਂ, ਅਗਰ ਜੂਨ ਤੋਂ ਹੀ ਗੱਲ ਕੀਤੀ ਜਾਵੇ ਬੀਜੇਪੀ ਸਰਕਾਰ ਦਾ ਹੁਣ ਤੱਕ ਕਿਸਾਨ ਕਹਿੰਦੇ ਰਵੱਈਆ ਇਹ ਹੈ ਕਿ ਉਹਨਾਂ ਨੇ ਬਿੱਲ ਰੱਦ ਨਹੀਂ ਕਰਨਗੇ। ਉਹ ਰਵੱਈਆ ਸੈਂਟਰ ਸਰਕਾਰ ਦਾ ਸਪਸ਼ਟ ਹੋ ਚੁੱਕਾ ਜੀ। ਵੇਖੋ, ਇੱਕ ਕਹਿੰਦੇ ਨੇ ਆਸਮਾਨ ਉਧਰ ਝੁਕ ਜਾਤਾ ਹੈ ਜਿਸ ਔਰ ਜਵਾਨੀ ਚਲਦੀ। ਅੱਜ ਹਰ ਨੌਜਵਾਨ, ਹਰ ਭੈਣ ਸਾਡੀ ਉਹ ਆ ਕੇ ਕਿਸਾਨਾਂ ਦੇ ਨਾਲ ਇਸ ਅੰਦੋਲਨ 'ਚ ਬੈਠ ਗਏ। ਇਹ ਲੋਕ ਹੜ੍ਹਾਂ ਦੇ ਉੱਤੇ ਅੱਗੇ ਕੋਈ ਅੜੀਅਲ ਸਰਕਾਰਾਂ ਨਹੀਂ ਅੜ ਸਕਦੀਆਂ। ਮੈਂ ਸਮਝਦਾ ਜਿਹੜੇ ਅੜੇ ਆ ਉਹਨਾਂ ਦਾ ਹਾਲ ਵੇਖ ਲਓ ਕੀ ਹੋਇਆ। ਜਿਹੜਾ ਰੁੱਖ ਝੁਕ ਜਾਂਦਾ ਤੂਫਾਨ ਦੇ ਵਿੱਚ ਟੁੱਟਣੋਂ ਬਚ ਜਾਂਦਾ। ਇਹ ਕਿਸਾਨ ਦਾ ਅੰਦੋਲਨ ਆ, ਅੰਨਦਾਤੇ ਦਾ ਅੰਦੋਲਨ ਹੈ। ਇਹਦੇ ਤੇ ਬੀਜੇਪੀ ਸਰਕਾਰ ਕੋ ਅੜਿਆ ਨਹੀਂ ਜਾਣਾ ਬਹੁਤੀ ਦੇਰ। ਔਜਲਾ ਸਾਹਿਬ, ਹੁਣ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਜਿਹੜੇ ਤਾਲਮੇਲ ਕਮੇਟੀ ਦੇ ਬਣਾਏ ਇੰਚਾਰਜ, ਚਾਹੇ ਸੋਮ ਪ੍ਰਕਾਸ਼, ਚਾਹੇ ਹਰਜੀਤ ਸਿੰਘ ਗਰੇਵਾਲ ਹੋਣ, ਚਾਹੇ ਸਰਜੀਤ ਕੁਮਾਰ ਜਿਆਣੀ, ਉਹ ਕਹਿ ਰਹੇ ਹੁਣ ਇਸ ਮਸਲੇ ਤੇ ਕੈਪਟਨ ਬਾਦਲ ਜਿਹੜੇ ਇਦਾਂ ਦੇ ਵੱਡੇ ਲੀਡਰ ਉਹਨਾਂ ਨੂੰ ਅੱਗੇ ਆ ਜਾਣਾ ਚਾਹੀਦਾ ਜੀ। ਦੇਖੋ, ਮੈਂ ਇਹੀ ਸੰਜੀਦਗੀ ਜਿਹੜੀ ਕਮੀ ਲੱਗਦੀ ਆ, ਇਹ ਬਿਆਨ ਜੋ ਦਿੱਤਾ ਤੇ ਇਹ ਐਚਐਮ ਜਾਂ ਪੀਐਮ ਅੱਗੇ ਵੀ ਤੇ ਜਿਹੜੀ ਗੱਲ ਹੋਵੇ ਮਸਲਾ ਬਿੱਲ ਕੇ ਬੁਲਾਉਂਦੇ ਹੀ ਨੇ ਤੇ ਬੁਲਾ ਲੈਣ। ਇਹਨਾਂ ਦੀ ਇੱਕ ਹੀ ਦਿੱਕਤ ਆ ਕਿ ਇਹ ਬਿਆਨ ਤੱਕ ਹੀ ਸੀਮਿਤ ਰਹਿੰਦੇ ਨੇ। ਹੁਣ ਜੈਣੀ ਸਾਹਿਬ ਦਾ ਕਿੰਨਾ ਕੁ ਵੱਡਾ ਮਹੱਤਵ ਹੈ ਆਪਾਂ ਨੂੰ ਸਭ ਨੂੰ ਪਤਾ ਆ। ਜੇ ਇਹਨਾਂ ਦੀ ਗੱਲ ਮੰਨਦੇ ਹੁੰਦੇ ਤੇ ਜੈਣੀ ਸਾਹਿਬ ਨੇ ਸ਼ੁਰੂ 'ਚ ਕਿਹਾ ਸੀ ਜਿਹੜੇ ਬਿੱਲ ਹੈ ਠੀਕ ਨਹੀਂਗੇ, ਇਹਨਾਂ ਨੂੰ ਸੋਧ ਕਰਨੀ ਚਾਹੀਦੀ। ਉਸ ਤੋਂ ਬਾਅਦ ਜੈਣੀ ਸਾਹਿਬ ਮੇਰੇ ਖਿਆਲ 3-4 ਦਿਨ, ਹਫ਼ਤਾ ਡੇਢ ਹਫ਼ਤਾ ਮੌਨ ਤੇ ਚਲੇ ਗਏ ਸੀ, ਕਿਸੇ ਨੇ ਇਹਨਾਂ ਨੂੰ ਪੁੱਛਿਆ ਨਹੀਂ ਸੀ। ਸੋ ਉਹ ਜਿਹੜੇ ਬਿਆਨ ਆ ਉਹਦਾ ਕੋਈ ਮੇਰੇ ਖਿਆਲ ਦੇ ਨਾਲ ਜਿਹੜਾ ਘੱਟੋ ਘੱਟ ਐਚਐਮ ਜਿਹੜੇ ਆ ਉਹ ਮੀਟਿੰਗ ਬੁਲਾ ਲੈਣ, ਮੀਟਿੰਗ ਬੁਲਾ ਕੇ ਉਹਨਾਂ ਨਾਲ ਗੱਲ ਕਰਨ। ਫਿਰ ਜੋ ਬੈਟਰ ਕਰ ਸਕਦੇ ਹੋਣਗੇ ਸੀਐਮ ਕਰਨਗੇ, ਉਹਦੇ 'ਚ ਕੋਈ ਦਿੱਕਤ ਨਹੀਂ ਗੀ। ਪਰ ਸੀਐਮ ਦੀ ਗੱਲ ਹੈ ਵੀ ਜਿਹੜਾ ਕਾਨੂੰਨ ਪਾਸ ਕੀਤਾ ਉਹ ਵੀ ਪਾਸ ਕਰ ਦੇਣ, ਇੱਥੋਂ ਆਪਣੀ ਸੰਜੀਦਗੀ ਨਾਲ ਦਿਖਾ ਦੇਣ ਨਾ। ਜਿਹੜਾ ਵਿਧਾਨ ਸਭਾ ਨੇ ਕਾਨੂੰਨ ਪਾਸ ਕੀਤਾ ਹੈ ਉਹ ਰਾਸ਼ਟਰਪਤੀ ਸਾਹਿਬ ਕਿਉਂ ਨਹੀਂ ਸਾਈਨ ਕਰ ਰਹੇ, ਇਹ ਵੀ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ। ਲੱਗਦਾ ਕਿ ਇਸ ਮਸਲੇ ਤੇ ਹਰ ਕੋਈ ਕਹਿੰਦਾ ਕਿ ਮੈਂ ਕਿਸਾਨੀ ਨਾਲ ਸੰਬੰਧ ਰੱਖਦਾ, ਮੈਂ ਕਿਸਾਨ ਦਾ ਪੁੱਤਰ ਹੈ ਜੀ। ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਆ ਜਾਣਾ ਚਾਹੀਦਾ, ਜਾਂ ਸੈਂਟਰ ਸਰਕਾਰ ਨੂੰ ਆਲ ਪਾਰਟੀ ਮੀਟਿੰਗ ਬੁਲਾ ਲੈਣੀ ਚਾਹੀਦੀ ਜੀ। ਬਿਲਕੁਲ ਜੀ, ਬੁਲਾਉਣੀ ਚਾਹੀਦੀ ਹੈ। ਮੈਂ ਤੇ ਇਸ ਹੱਕ 'ਚ, ਕਿਉਂਕਿ ਮਸਲਾ ਖਤਮ ਹੋਣਾ ਚਾਹੀਦਾ। ਠੰਡ ਵੱਧਦੀ ਜਾ ਰਹੀ ਹੈ, ਇਸ ਵੇਲੇ ਬੜਾ ਟੈਂਪਰੇਚਰ ਜਿਹੜਾ ਲੋ ਹੋ ਜਾਂਦਾ। ਹੁਣ ਅਸੀਂ ਇੱਥੇ ਪਏ, ਸਾਨੂੰ ਪਤਾ ਰਾਤ 2-2:30 ਵਜੇ ਕੀ ਹਾਲ ਹੁੰਦਾ, ਮਤਲਬ ਬਹੁਤ ਕੰਬਲ ਵਗੈਰਾ ਲੈ ਕੇ ਫਿਰ ਪਿਆ ਜਾਂਦਾ ਖੁੱਲੇ ਸਮਾਨ ਥੱਲੇ। ਤੇ ਉਹਦੇ ਬਜ਼ੁਰਗ ਨੇ, 80-80 ਸਾਲ ਦੇ ਮਾਵਾਂ ਨੇ ਸਾਡੀਆਂ, ਛੋਟੇ-ਛੋਟੇ ਬੱਚੇ ਨੇ, ਉਹ ਕਿੱਦਾਂ ਸਰਵਾਈਵ ਕਰਨਗੇ ਇਹਦੇ 'ਚ। ਇਹ ਜਲਦੀ ਇਹਨਾਂ ਨੂੰ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਔਰ ਜਥੇਬੰਦੀਆਂ ਨੂੰ ਕੌਨਫੀਡੈਂਸ 'ਚ ਲੈ ਕੇ ਸਾਰੀ ਮੀਟਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸਰਕਾਰ ਗੰਭੀਰ ਲੱਗ ਰਹੀ ਜੀ? ਲੱਗ ਨਹੀਂ ਰਹੀ। ਜੇ ਸਰਕਾਰ ਗੰਭੀਰ ਹੁੰਦੀ ਤੇ ਜਿਹੜੀਆਂ ਗੱਲਾਂ ਕਮਰੇ 'ਚ ਹੁੰਦੀਆਂ ਨੇ, ਜਿਹੜੀਆਂ ਗੱਲਾਂ ਇੱਕ ਡਾਇਲੋਗ ਹੋਏ ਹੁੰਦੇ 7-7 ਘੰਟੇ 8-8 ਘੰਟੇ ਮੀਟਿੰਗ ਦਾ ਕੋਈ ਨਾ ਕੋਈ ਤਾਂ ਨਿਚੋੜ ਹੁੰਦਾ ਨਾ, ਤੇ ਉਹ ਤਾਂ ਚਲੋ ਰੋਸ ਹੈ ਉਹਨਾਂ ਦੇ ਮਨ 'ਚ ਕਹਿਤਾ ਵੀ ਸਾਡੀ ਨਹੀਂ ਨਿਬੜੀ ਜਾਂ ਸਰਕਾਰ ਨਹੀਂ ਮੰਨਦੀ, ਤੇ ਸਰਕਾਰ ਕਿਉਂ ਉਹਨਾਂ ਦੇ ਬਰਾਬਰ ਬਿਆਨ ਅਗਲੇ ਦਿਨ ਦੇਣੇ ਸ਼ੁਰੂ ਕਰ ਦਿੰਦੀ ਹੈ। ਸਰਕਾਰ ਦੇ ਬਿਆਨ ਦੇਣੇ ਬਣਦੇ ਹੀ ਨਹੀਂਗੇ। ਸਰਕਾਰ ਉਹਨਾਂ ਨੂੰ ਫਿਰ ਦੁਬਾਰਾ ਡਾਇਲੋਗ ਸ਼ੁਰੂ ਕਰੇ, ਔਰ ਜਿੰਨਾ ਚਿਰ ਕਿਸੇ ਨਤੀਜੇ ਤੇ ਨਹੀਂ ਪਹੁੰਚਦਾ ਤੇ ਇਹੋ ਜਿਹਾ ਹੱਲ ਨਹੀਂ ਕਰਨਾ ਚਾਹੀਦਾ। ਸਰਕਾਰ ਇਹ ਵੀ ਕਹਿਦੀ ਹੈ ਵੀ ਅਜੇ ਓਪਨ ਆ, ਕੋਈ ਨਹੀਂ, ਉਹ ਗਏ ਨੇ, ਉਹਨਾਂ ਨੂੰ ਲੱਗਾ ਹੋਊਗਾ ਅਸੀਂ ਅਗਲੀ ਮੀਟਿੰਗ ਤੇ ਫਿਰ ਡਿਸਾਈਡ ਕਰਾਂਗੇ। ਸਰਕਾਰ ਦੇ ਇੰਨੇ ਜ਼ੋਰ ਨਾਲ ਬਿਆਨ ਦੇਣੇ ਸ਼ੁਰੂ ਕਰਨ ਦੀ, ਜਿਵੇਂ ਕਿ ਪੂੰਜੀਪਤੀਆਂ ਦਾ ਬਹੁਤ ਵੱਡਾ ਦਬਾਅ ਹੁੰਦਾ ਵੀ ਤੁਸੀਂ ਕਿਤੇ ਮੀਟਿੰਗ ਤੇ ਨਹੀਂ, ਮੀਟਿੰਗ 'ਚ ਹੱਲ ਨਹੀਂ ਕਰ ਲਿਆ
ਫਿਰ ਅਗਲੇ ਦਿਨ 3-4 ਮੰਤਰੀ ਲਾ ਦਿੰਦੇ ਵੀ ਤੁਸੀਂ ਕਹਿ ਦਿਓ ਵੀ ਨਹੀਂ ਹੋਇਆ, ਤੁਸੀਂ ਨਕਸਲਾਈਟ ਕਹਿ ਦਿਓ, ਤੁਸੀਂ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਦਿਓ। ਸੋ ਸਰਕਾਰ ਸੰਜੀਦਗੀ ਦੇ ਨਾਲ ਨਹੀਂ ਲੈ ਰਹੀ, ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਆ। ਔਰ ਜਿਹੜੀ ਡਾਇਲੋਗ ਚੱਲ ਰਿਹਾ ਜਿੰਨਾ ਚਿਰ ਉਹ ਕਿਸੇ ਸਿਰੇ ਤੇ ਨਹੀਂ ਲੱਗਦਾ ਉਹ ਕਰ ਸਕਦੇ, ਉਹਨਾਂ ਦਾ ਰੋਸ਼ ਆ। ਇਹਨਾਂ ਦਾ ਤੇ ਕੋਈ ਰੋਸ਼ ਨਹੀਂ ਨਾ, ਇਹ ਨਾ ਕਰਨ, ਇਹ ਬਿਆਨਬਾਜ਼ੀ ਬੰਦ ਕਰਨ ਜਿੰਨਾ ਚਿਰ ਹੱਲ ਨਹੀਂ ਹੋ ਜਾਂਦਾ। ਕਹਿੰਦੇ ਕਿ ਕਾਂਗਰਸ ਨੇ ਜੇ ਕਿਤੇ ਕਿਸਾਨਾਂ ਦੀ ਚਿੰਤਾ ਕੀਤੀ ਹੁੰਦੀ ਤੇ ਕਿਸਾਨਾਂ ਦੀ ਦੁਰਦਸ਼ਾ ਇਦਾਂ ਦੀ ਨਹੀਂ ਹੁੰਦੀ। ਅਸੀਂ ਤੇ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਵਾਂਗੇ ਸਾਡੀ ਸਰਕਾਰ ਨੇ 1 ਲੱਖ ਕਰੋੜ ਰੁਪਇਆ ਕਿਸਾਨਾਂ ਦੀ ਖਾਤਿਆਂ 'ਚ ਪਾਇਆ ਜੀ। ਦੇਖ ਲਓ ਕਿਸਾਨ ਇਹਨਾਂ ਦਾ ਹੀ ਆ, ਜਿਨ੍ਹਾਂ ਦੇ ਖਾਤਿਆਂ 'ਚ ਪਾਇਆ ਉਹੀ ਬਾਹਰ ਆਏ ਆ। ਲੱਖ ਕਰੋੜ ਦੇ ਕੇ ਤੇ ਮੇਰਾ ਖਿਆਲ ਲੱਖ ਕਰੋੜ ਦੀ ਉਤੋਂ ਕਿਤੇ ਲੱਖਾਂ ਗੁਣਾ ਜ਼ਿਆਦਾ ਦੀ ਜ਼ਮੀਨ ਹਥਿਆਉਣ ਨੂੰ ਫਿਰਨ ਡਏ ਜੇ। ਤੁਹਾਡਾ ਤੇ ਕੰਮ ਹੀ ਬੜਾ ਸੌਖਾ। ਇਹਨਾਂ ਨੇ ਸੋਚਿਆ ਥੋੜ੍ਹੇ ਥੋੜ੍ਹੇ ਪੈਸੇ ਪਾਵਾਂਗੇ, ਕਿਸਾਨ ਕਹੂਗਾ ਮੈਨੂੰ 2-2 ਹਜ਼ਾਰ 'ਚ ਆ ਗਿਆ, ਕੋਈ ਗੱਲ ਨਹੀਂ ਯਾਰ ਸਾਡੀ ਮਦਦ ਕਰ ਰਹੀ ਹੈ। ਇਹਦਾ ਮਤਲਬ ਤੁਸੀਂ ਲੱਖ ਕਰੋੜ ਦੇ ਕੇ ਤੇ ਬਾਕੀ ਜ਼ਮੀਨ ਦਾ ਸੌਦਾ ਕਰਨਾ ਚਾਹੁੰਦੇ ਜੇ। ਜੇ ਉਹ ਦਿੱਤਾ ਹੈ ਤਾਂ ਲੋਕਾਂ ਦਾ ਪੈਸਾ ਲੋਕਾਂ ਦਾ ਦਿੱਤਾ, ਤੁਸੀਂ ਕਿਹੜਾ ਕੋਲੋਂ ਦਿੱਤਾ? ਉਹਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਦਿੱਤਾ ਹੋਊਗਾ। ਪਰ ਕਿਸਾਨ ਦੀ ਹਾਲਤ ਅੱਜ ਦੇਸ਼ ਦੇ ਵਿੱਚ ਤੁਹਾਨੂੰ ਪਤਾ ਆ, ਹਰ ਸਟੇਟ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਉਹਦੇ ਤੇ ਚਿੰਤਾ ਨਹੀਂ ਇਹਨਾਂ ਨੂੰ ਹੋਈ। ਜੇ ਇੱਕ NPA ਅਕਾਊਂਟ ਜਿਹੜੇ ਆ ਵੱਡੀਆਂ ਕੰਪਨੀਆਂ ਦੇ ਲੱਖਾਂ ਕਰੋੜ ਰੁਪਏ ਮਾਫ ਹੋ ਸਕਦੇ ਆ, ਕਿਸੇ ਕਿਸਾਨ ਦਾ ਇੱਕ ਪੈਨੀ ਕਰਜ਼ਾ ਵੀ ਮਾਫ ਕੀਤਾ ਹੋਵੇ, ਕਿਸੇ ਸਟੇਟ ਨੂੰ ਇਹੋ ਜਿਹੀ ਮਦਦ ਕੀਤੀ ਹੋਵੇ ਜਿਹੜੇ ਕਰਜ਼ੇ 'ਚੋਂ ਬਾਹਰ ਆ ਸਕੀ ਹੋਵੇ। ਪੰਜਾਬ ਤੇ ਇੰਨਾ ਵੱਡਾ ਕਰਜ਼ਾ ਤੱਤਵਾਦ ਦੇ ਸਮੇਂ ਦਾ ਚੱਲ ਰਿਹਾ ਕਿ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਜਿਹੜਾ ਕਰਜ਼ਾ ਹੈ ਉਹ ਕਈ ਗੁਣਾ ਵੱਧਦਾ ਜਾਂਦਾ ਹੈ। ਅਸੀਂ ਮਾਫ ਹੀ ਕਰ ਦਈਏ ਘੱਟੋ ਘੱਟ ਪੰਜਾਬ ਦਾ, ਜੇ ਸਹੀ ਇਹਦੇ ਹੱਥਿਆਸ਼ੀ ਨੇ ਕਿਸਾਨ ਦੇ ਤੇ। ਸੋ ਇਹ ਜਿਹੜੀਆਂ ਨਿੱਕੀਆਂ ਗੱਲਾਂ ਕਰਦੇ ਨੇ, ਇਹ ਸਮਝਦੇ ਸੀ ਕੁਝ ਪੈਸੇ ਪਾ ਦਿਓ ਸ਼ਾਇਦ ਹੌਲੀ ਕਿਸਾਨ ਸਾਡੀ ਗੱਲ ਸੁਣੂਗਾ। ਪਰ ਜਦੋਂ ਕਿਸੇ ਦੇ ਪੈਰਾਂ ਥੱਲੇ ਜ਼ਮੀਨ ਖਿੱਚੋਗੇ ਨਾ, ਕਿਸੇ ਦੀ ਜ਼ਮੀਨ ਖੋਗੇ, ਉਹ ਤੁਹਾਡੇ 2-2 ਹਜ਼ਾਰ 3-3 ਹਜ਼ਾਰ ਦਾ ਕੋਈ ਉੱਥੇ ਵਜੂਦ ਨਹੀਂ ਹੈਗਾ, ਕੋਈ ਮੁੱਲ ਨਹੀਂ ਹੈਗਾ। ਸਰਕਾਰ ਨੇ 32 ਜਥੇਬੰਦੀਆਂ ਦੇ ਨਾਲ ਮੀਟਿੰਗ ਕਰ ਲਈ। ਹੁਣ ਹਰਿਆਣੇ 'ਚ ਨਵੀਆਂ ਜਥੇਬੰਦੀਆਂ ਕਹਿ ਰਹੇ ਪੈਦਾ ਹੋ ਗਈਆਂ। ਨਰਿੰਦਰ ਤੋਮਰ ਸਾਹਿਬ ਦੇ ਨਾਲ ਗੱਲਬਾਤ ਕਰ ਰਹੀਆਂ ਨੇ ਅੱਜ। ਦੇਖੋ ਜਿਹੜੀਆਂ ਹਰਿਆਣੇ ਦੀਆਂ ਜਥੇਬੰਦੀਆਂ ਨੇ, ਹੋ ਸਕਦਾ ਕਿਉਂਕਿ ਸੰਘਰਸ਼ ਜਦੋਂ ਵਧਿਆ ਤੇ ਉਦੋਂ ਹੀ ਉਹਨਾਂ ਨੂੰ ਚਿੰਤਾ ਹੋਈ ਹੋਊਗੀ ਵੀ ਅਸੀਂ ਵੀ ਕੋਈ ਇਹ ਸੰਘਰਸ਼ 'ਚ ਸ਼ਾਮਲ ਹੋਈਏ, ਕਿਉਂਕਿ ਪਹਿਲਾਂ ਹਰਿਆਣੇ 'ਚ ਉਸ ਲੈਵਲ ਦਾ ਸੰਘਰਸ਼ ਨਹੀਂ ਹੋਇਆ ਜਿਸ ਲੈਵਲ ਦਾ ਪੰਜਾਬ 'ਚ ਸੀ। ਜਦੋਂ ਉਹ ਆ ਕੇ ਹਰਿਆਣੇ 'ਚ ਬਹਿ ਗਏ ਨੇ, ਹੁਣ ਹਰਿਆਣੇ ਦੇ ਲੋਕ ਜਿਹੜੇ ਆ ਉਹ ਤਗੜੇ ਹੋ ਕੇ ਬਾਹਰ ਨਿਕਲੇ ਨੇ। ਸ਼ਾਇਦ ਹੁਣ ਕੁਝ ਆਪਣੀ ਗੱਲ ਰੱਖਦੇ ਹੋਣਗੇ ਤੋਂ ਉਹਦਾ ਨਾਲ ਆਪਣੇ ਮੁੱਖ ਮੰਤਰੀ ਨਾਲ ਗੱਲ ਕਰਦੇ ਹੋਣਗੇ। ਇੱਥੇ ਕੁਲਬੀਰ ਸਿੰਘ ਜੀਰਾ ਵੀ ਨੇ, ਵਿਧਾਇਕ ਨੇ ਜੀਰੇ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਬਾਕੀ ਸਾਥੀ ਵੀ ਹੈਗੇ, ਉਹਨਾਂ ਨੂੰ ਵੀ ਬੁਲਾ ਲੈਣਾ ਸੀ, ਦਿੱਲੀ ਦਿਖਾ ਦਿਓ ਉਹਨਾਂ ਨੂੰ ਵੀ। ਬਾਕੀ ਸਾਥੀ ਆ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਕਿ ਜਾਖੜ ਸਾਹਿਬ ਦੀ ਰਹਿਨਮਾਈ ਹੇਠ ਜਿਹੜਾ ਕਿ ਧਰਨਾ ਪ੍ਰਦਰਸ਼ਨ ਹੋ ਰਿਹਾ। ਔਰ ਉਸ ਤੋਂ ਬਾਅਦ ਜਾਖੜ ਸਾਹਿਬ ਨੇ ਕਿਹਾ ਕਿ 5-5 ਕਰਕੇ ਜਿਹੜੇ MLA ਨੇ ਉਹ ਇੱਥੇ ਜੰਤਰ ਮੰਤਰ ਤੇ ਆਇਆ ਕਰਨਗੇ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਸੈਂਟਰ ਸਰਕਾਰ ਦੀ ਬੋਲੀ ਬੋਲਦੇ ਨੇ ਜੀ। ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਕੌਣ ਬੋਲੀ ਬੋਲਦਾ ਜਾਂ ਕੌਣ ਨਹੀਂ ਬੋਲਦਾ, ਕਿਉਂਕਿ ਜਿਹੜਾ 8 ਤਰੀਕ ਨੂੰ ਜਿਹੜਾ ਕਿਸਾਨਾਂ ਨੇ ਦੇਸ਼ ਬੰਦ ਕਰਨ ਦਾ ਜਿਹੜਾ ਸੱਦਾ ਦਿੱਤਾ ਸੀ, ਸਾਰਾ ਦੇਸ਼ ਜਿਹੜਾ ਸੀ, ਹਰੇਕ ਸਟੇਟ ਜਿਹੜੀ ਬੰਦ ਸੀ ਉਦੋਂ। ਪਰ ਇਹ ਹੈ ਕਿ ਕੱਲੀ ਦਿੱਲੀ ਸੀ ਜਿਹੜੀ ਕਿ ਤੁਸੀਂ ਮੀਡੀਆ ਨੇ ਦਿਖਾਇਆ ਕਿ ਦਿੱਲੀ ਜਿਹੜੀ ਉਵੇਂ ਖੁੱਲ੍ਹੀ ਹੈ। ਇਹ ਤੁਸੀਂ ਆਪੇ ਵੇਖ ਲਓ, ਈਡੀ ਤੋਂ ਕੇਜਰੀਵਾਲ ਡਰਦਾ ਜਾਂ ਕੌਣ ਡਰਦਾ। ਇਹ ਤਾਂ ਸਿਰਫ ਇਹ ਹੈ ਕਿ ਜੋ ਅੰਬਾਨੀ ਅਡਾਨੀ ਤੇ ਕੇਜਰੀਵਾਲ ਨੂੰ ਕਹਿੰਦੇ ਨੇ ਜਾਂ ਮੋਦੀ ਕਹਿੰਦਾ, ਕੇਜਰੀਵਾਲ ਉਹ ਹੀ ਕਰਦਾ। ਹੁਣ ਵੀ ਅੱਜ ਵੀ ਜਿਹੜਾ ਹੈ ਕਿ ਕਿਸਾਨਾਂ ਨਾਲ ਧੋਖਾ ਕਰ ਰਿਹਾ। ਅੱਜ ਵੀ ਬਿਆਨ ਦਿੱਤਾ ਕਿ ਮੈਂ ਘਰ ਬੈਠ ਕੇ ਇਕਾਂਤ ਵਾਸਤੇ ਵਿੱਚ ਕਿ ਮੈਂ ਉੱਥੇ ਭੁੱਖ ਹੜਤਾਲ ਰੱਖਾਂਗਾ। ਮੈਂ ਤਾਂ ਕਹਿੰਦਾ ਜੇ ਭੁੱਖ ਹੜਤਾਲ ਰੱਖਣੀ ਹੈ ਕੇਜਰੀਵਾਲ ਸਾਹਿਬ, ਲੋਕਾਂ ਦੀ ਕਚਹਿਰੀ 'ਚ ਰੱਖੋ। ਲੋਕਾਂ 'ਚ ਕਚਹਿਰੀ 'ਚ ਨਹੀਂ ਰੱਖਣੀ, ਆਪਦੇ ਘਰ ਦੇ ਬਾਹਰ ਹੀ ਬਹਿ ਜਾਓ। ਤੁਹਾਨੂੰ ਸ਼ੱਕ ਆ ਕੇਜਰੀਵਾਲ ਤੇ ਕਿ ਉਹਨੇ ਘਰ ਰੱਖਿਆ ਹੋਊਗਾ? ਮੈਂ ਤਾਂ ਨਹੀਂ ਮੰਨਦਾ। ਜਿਹੋ ਜਿਹਾ ਉਦਣ ਉਹਨੇ ਦਿੱਲੀ ਬੰਦ ਕੀਤੀ ਉਹੋ ਜਿਹੀ ਭੁੱਖ ਹੜਤਾਲ ਹੋਊਗੀ। ਜੇ ਭੁੱਖ ਹੜਤਾਲ ਰੱਖਣੀ ਹੈ ਤੇ ਲਿਆਓ ਕੇਜਰੀਵਾਲ ਨੂੰ ਕਹੋ ਗੇਟ ਦੇ ਬਾਹਰ ਬਹਿ ਜੇ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਣਾ, ਬਸ ਬਹਿ ਹੀ ਜਾਵੇ। ਭੁੱਖ ਹੜਤਾਲ ਭਲਾ ਨਾ ਹੀ ਰੱਖੇ, ਆਪਦੇ ਗੇਟ ਦੇ ਬਾਹਰ ਬਹਿ ਜੇ। ਇਹ ਸਿਰਫ ਜਿਹੜੇ ਹੈ ਕਿ ਇੱਕ ਕਿਸਾਨ ਜਿਹੜੇ ਸਾਰਾ ਕੁਝ ਜਾਣ ਚੁੱਕਿਆ, ਦੇਸ਼ ਦਾ ਨਾਗਰਿਕ ਬਹੁਤ ਸਿਆਣਾ ਹੋ ਚੁੱਕਾ ਹੈ। ਕਿਉਂਕਿ ਗੱਲ ਇਹ ਹੈ ਕਿ ਮੈਂ ਤਾਂ ਹੁਣ ਵੀ ਜਿਹੜੀ ਅੱਜ ਭੁੱਖ ਹੜਤਾਲ ਹੈ ਸ਼ਾਮੀ 7 ਵਜੇ ਤੱਕ, ਔਰ ਕੱਲ੍ਹ ਸੰਗਰਾਂਦ ਆ, ਮੈਂ ਸੰਗਰਾਂਦ 'ਤੇ ਜਾ ਰਿਹਾ। ਔਰ ਜਿਹੜਾ ਕਿ ਸਰਬੱਤ ਦੇ ਭਲੇ ਦੀ ਅਰਦਾਸ, ਉਹਨਾਂ ਕਿਸਾਨਾਂ ਦੀ ਅਰਦਾਸ ਜਿਹੜੇ ਬਾਰਡਰਾਂ 'ਤੇ ਆਣ ਕੇ ਆਪਦਾ ਪਰਿਵਾਰ ਛੱਡ ਕੇ ਬੈਠੇ ਨੇ। ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਬੇਨਤੀ ਕਰਨੀ ਹੈ ਕਿ ਮੋਦੀ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ ਸਮਰੱਥ ਬਖਸ਼ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਔਰ ਕਿਸਾਨ ਖੁਸ਼ੀ ਆਪਦੇ ਜਿਹੜਾ ਘਰ ਜਾ ਸਕੇ। ਔਰ ਉਦੋਂ ਬਾਅਦ 'ਚ ਕੇਜਰੀਵਾਲ ਸਾਹਿਬ ਨੂੰ ਫਿਰ ਮੌਕਾ ਦੇਣਾ। ਕੇਜਰੀਵਾਲ ਸਾਹਿਬ, ਮੈਂ 16 ਤਰੀਕ ਨੂੰ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦੀ ਪੂਰੇ ਦਿਨ ਦੀ ਜਿਹੜੀ ਮੇਰੀ ਭੁੱਖ ਹੜਤਾਲ ਹੋਇਆ ਕਰੂਗੀ ਔਰ 20 ਤਰੀਕ ਤੱਕ ਇਹ ਚੱਲੂਗੀ। ਤੁਹਾਡੇ ਕੋਲ 16 ਨੂੰ ਟਾਈਮ ਹੋਵੇ, 17 ਨੂੰ ਹੋਵੇ, ਜੇ ਨਹੀਂ ਆ ਪਾਉਣਾ ਘੱਟੋ ਘੱਟ ਆਪਦੇ 5-5 MLA ਭੇਜ ਦਿਆ ਜੀ, ਉਹ ਬਹਿ ਜਾ ਕਰਨ ਤੇ ਮੈਂ ਸਮਝ ਲਾਂਗਾ ਕਿ ਕੇਜਰੀਵਾਲ ਸਾਹਿਬ ਆ ਗਏ, ਹਾਜ਼ਰੀ ਲੱਗ ਗਈ। ਬਹਿਣਾ ਇਹ ਇੱਕ ਥਾਂ ਤੇ ਟਿਕ ਕੇ ਤਾਂ ਬਹਿ ਹੀ ਨਹੀਂ ਨਾ ਸਕਦਾ ਕੇਜਰੀਵਾਲ। ਆਪਾਂ ਵੀ ਨਹੀਂ ਹੈ ਕਿਸੇ ਪ੍ਰੋਗਰਾਮ ਤੇ ਚਲਾ ਜਾਵੇ, ਕਿਤੇ ਬੈਠਾ ਦੱਸ ਉਦਣ ਕਹਿੰਦਾ ਮੈਂ ਕਿਸਾਨਾਂ ਨੂੰ ਮਿਲ ਚੱਲਿਆ।
ਤੁਸੀਂ ਪ੍ਰੈਸ ਵਾਲਿਆਂ ਨੇ ਮੈਨੂੰ ਦੱਸਿਆ ਕਿ 10 ਮਿੰਟ ਬੈਠਾ ਜੀ, 11ਵੇਂ ਮਿੰਟੇ ਫਿਰ ਚਲਾ ਗਿਆ। ਇਹਦੇ ਬਹਿਣ ਵਾਲੇ ਜਿਹੜੇ ਸਪਰਿੰਗ ਆ ਉਹ ਨਹੀਂ ਹੈਗੇ ਗੇ। ਉਹ ਤਾਂ ਤੁਹਾਡਾ ਡਰਾਮਾ ਦੱਸਦੇ, ਤੁਸੀਂ ਉਹਨਾਂ ਦਾ ਡਰਾਮਾ ਦੱਸਦੇ ਹੈਗੇ ਜੀ। ਡਰਾਮਾ ਤੇ ਆਵੇ ਇੱਥੇ ਪਵੇ, ਅਸੀਂ ਕਿ ਡਰਾਮਾ ਕਿਹੜਾ, ਸਾਨੂੰ ਤਾਂ 8 ਦਿਨ ਹੋ ਗਏ, ਅਸੀਂ ਤਾਂ ਰਾਤ ਵੀ ਇੱਥੇ ਰਹਿੰਦੇ ਆ, ਅਸੀਂ ਤਾਂ 24 ਘੰਟੇ ਇੱਥੇ ਹੁੰਦੇ ਆ ਪਿਛਲੇ ਬੰਨੇ ਏਡੇ ਏਡੇ ਚੂਹੇ ਨੇ, ਅਗਲੇ ਬੰਨੇ ਕੁੱਤੇ ਆ। ਆਵੇ ਤਾਂ ਅਸੀਂ ਤਾਂ ਕਹਿੰਦੇ ਸਾਡੇ ਨਾਲ ਦਿਨੇ ਦਿਨੇ ਹੀ ਬਹਿ ਜਾ ਕਰੇ, ਰਾਤ ਤਾਂ ਦੂਰ ਦੀ ਗੱਲ ਆ। ਸੀ ਤਾਂ ਵੈਂ ਚੀਰਦੀ ਲੰਘਦੀ ਹੈ ਵਿੱਚ ਦੀ, ਤੇ ਇਸ ਕਰਕੇ ਮੈਂ ਕਹਿੰਦਾ ਆਣ ਕੇ ਕੇਜਰੀਵਾਲ ਸਾਹਿਬ ਹੋ, ਤੁਹਾਡੇ ਐਮਐਲਏ ਤਰ੍ਹਾਂ ਨਹੀਂ ਗੇ ਕਿ ਤੁਹਾਡੇ ਐਮਐਲਏ ਜਾ ਕੇ ਉੱਥੇ ਪੰਜਾਬ ਭਵਨ 'ਚ ਵੇਖੋ। ਉਦੋਂ ਜਗਤਾਰ ਜੀ ਤੁਸੀਂ ਵੇਖਿਆ ਹੀ ਹੈ ਕਿ ਸਾਰੇ ਐਮਐਲਏ ਜਿਹੜੇ ਉੱਥੋਂ ਹੀ ਫੋਟੋਆਂ ਕਰਾਉਂਦੇ, ਉੱਥੋਂ ਹੀ ਤੁਸੀਂ ਉਹਨਾਂ ਦੇ ਉਸੇ ਲਾਉਣ ਦੇ ਵਿੱਚੋਂ ਤੁਸੀਂ ਉਹਨਾਂ ਦੀਆਂ ਲੈ ਕੇ ਇੰਟਰਵਿਊ ਤੇ ਉੱਥੋਂ ਤੁਸੀਂ ਚੜਾ ਦਿੰਦੇ ਹੋ ਕਿ ਠੀਕ ਹੈ ਜੀ ਅੱਜ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਆਹ ਕਹਿਤਾ। ਕਿਤੇ ਸੜਕ ਤੇ ਬੈਠੇ ਦੀ ਦੱਸੋ ਮੈਨੂੰ ਕਿਹੜੀ ਵਿਖਾਈ ਹੈ ਜਦੋਂ ਦਾ ਕਿਸਾਨ ਆਣ ਕੇ ਬੈਠਾ ਹੈ, ਜਦੋਂ ਦੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਆਣ ਕੇ ਬੈਠੀਆਂ ਨੇ, ਬੱਚੇ ਬੈਠੇ ਆ। ਮੈਨੂੰ ਦੱਸੋ ਕਿਹੜਾ ਐਮਐਲਏ ਆ ਜਿਹੜਾ ਸੜਕ ਤੇ ਬੈਠਾ ਬਈ? ਕਿਹੜਾ ਐਮਐਲਏ ਆ ਜਿਹੜਾ ਕਿਸੇ, ਮੈਨੂੰ ਇਹ ਦੱਸੋ ਜਿਹੜਾ ਕੋਈ ਭੂੰਜੇ ਬਹਿ ਕੇ ਕਿਸੇ ਨੇ ਇੰਟਰਵਿਊ ਦਿੱਤੀ ਹੋਵੇ ਖੜ ਕੇ ਵਧੀਆ। ਪਹਿਲਾਂ ਤਾਂ ਪੋਚ ਵੇਂਦੇ ਆ ਕਿ ਮਗਰ ਕੋਈ ਚੰਗੀ ਸੀਨਰੀ ਕਿਹੜੀ ਹੈ ਜਿੱਥੇ ਸਾਡੀ ਗੱਲ ਬਣੇ। ਇਹਦੇ ਨਾਲ ਐ ਕੁਝ ਨਹੀਂ ਹੋਣਾਗਾ। ਗੱਲ ਇਹ ਆ ਕਿ ਅੱਜ ਰਾਜਨੀਤੀ ਕਰਨ ਦੀ ਲੋੜ ਨਹੀਂ, ਅੱਜ ਐਮਐਲਏਸ਼ਿਪ ਕਰਨ ਦੀ ਲੋੜ ਨਹੀਂ, ਅੱਜ ਐਮਪੀਸ਼ਿਪ ਕਰਨ ਦੀ ਲੋੜ ਨਹੀਂ। ਅੱਜ ਤੱਕ ਕਿਸਾਨ ਦਾ ਜਿਹੜਾ ਸਾਹੀ, ਕਿਉਂਕਿ ਕਿਸਾਨ ਦੇ ਪੁੱਤਰਾਂ ਸਾਨੂੰ ਆਪਦਾ ਕਿਸਾਨੀ ਵਾਲਾ ਫਰਜ਼ ਨਿਭਾਉਣਾ ਚਾਹੀਦਾ। ਅੱਜ ਤਾਂ ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਜੋ ਜਥੇਬੰਦੀਆਂ ਕਹਿੰਦੀਆਂ ਸਾਨੂੰ ਉਹ ਕਰਨਾ ਚਾਹੀਦਾ। ਕਿਸਾਨਾਂ ਨੇ ਪੂਰੇ ਬਾਰਡਰ ਸੀਲ ਕਰਤੇ ਜੀ। ਕਿਸਾਨਾਂ ਨੇ ਬਾਰਡਰ ਸੀਲ ਕੀਤੇ ਆ। ਮੈਨੂੰ ਅਜੇ ਤੱਕ ਦੱਸੋ ਕਿ ਅਜੇ ਤੱਕ ਕਦੀ ਸਿਆਸੀਆਂ ਤੋਂ ਬਾਰਡਰ ਸੀਲ ਹੋਏ ਆ? ਇੱਕ ਦਿਨ, 2 ਦਿਨ। ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਰਾ ਦੇਸ਼ ਜਿਹੜਾ ਆ, ਤੁਸੀਂ ਕਿਸੇ ਕੋਲ ਰੁਕ ਜਾਓ, ਚਾਹੇ ਕੋਈ ਰਕਸ਼ੇ ਵਾਲਾ ਹੈ, ਚਾਹੇ ਕੋਈ ਜੁੱਤੀ ਪਾਲਸ਼ ਕਰਨ ਵਾਲਾ, ਕੋਈ ਜ਼ਰੂਰੀ ਨਹੀਂ ਕਿ ਇਕੱਲਾ ਕਿਸਾਨ ਹੀ ਹੈ। ਅੱਜ ਤੁਸੀਂ ਜਾ ਕੇ ਵੇਖੋ ਆ ਦਿੱਲੀ ਦੇ ਵਿੱਚ, ਮੈਂ ਅੱਗੇ ਮੈਨੂੰ ਕੱਲ ਮੇਰੇ ਵੀਰ ਹੈ, ਕਿਉਂਕਿ ਅਸੀਂ ਤਾਂ ਇੱਥੇ ਬੈਠੇ ਹਾਂ 24 ਘੰਟੇ, ਇਹਨਾਂ ਲਾਈਟਾਂ ਦੇ ਉੱਪਰ ਕਹਿੰਦੇ ਕਿ ਮੰਗਤੇ ਬਹੁਤ ਹੁੰਦੇ ਸੀ। ਅੱਜ ਉਹ ਵੀ ਜਿਹੜੇ ਨੇ ਉਹ ਵੀ ਆਪਦਾ ਫਰਜ਼ ਨਿਭਾਉਂਦੇ ਹੋਏ ਜਾ ਕੇ ਉੱਥੇ ਕਿਸਾਨਾਂ ਦੇ ਨਾਲ ਬੈਠੇ ਨੇ। ਅੱਜ ਹਰੇਕ ਬੰਦਾ ਜਿਹੜਾ, ਚਾਹੇ ਕੋਈ ਦੁਕਾਨਦਾਰ ਆ, ਚਾਹੇ ਕੋਈ ਬੰਦਾ, ਚਾਹੇ ਕੋਈ ਖੇਤੀ ਕਰਦਾ, ਚਾਹੇ ਨਹੀਂ ਕਰਦਾ, ਅੱਜ ਉਹ ਕਹਿੰਦਾ ਕਿ ਨਰਿੰਦਰ ਮੋਦੀ ਧੱਕਾ ਕਰ ਰਿਹਾ, ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ। ਤੇ ਮੈਂ ਕਹਿੰਦਾ ਕਿ ਇਹ ਜਿਹੜਾ ਮੋਦੀ ਸਾਹਿਬ ਇਹ ਕੰਮ ਛੱਡ ਦਿਓ। ਇਹ 10 ਮਿੰਟ ਉਹਨਾਂ 'ਚ ਬਹੋ, 10 ਮਿੰਟ ਬਹਿ ਕੇ ਉਹਨਾਂ ਕਿਸਾਨਾਂ ਦੀਆਂ ਅੱਖਾਂ 'ਚ ਅੱਖ ਪਾ ਕੇ ਵੇਖੋ ਕਿ ਵਾਕਈ ਤੁਸੀਂ ਆਪਣੇ ਆਪ ਬਿੱਲ ਪਾੜ ਕੇ ਉੱਥੇ ਸੱਟ ਦਿਓਗੇ ਜਦੋਂ ਵੇਖੋਗੇ ਕਿ ਕੀ ਹਾਲਾਤਾਂ 'ਚ ਕਿਸਾਨ ਉੱਥੇ ਗੁਜ਼ਰ ਰਿਹਾ, ਕਿਵੇਂ ਉਹ ਬੈਠਾ ਹੈ। ਔਰ ਤੁਸੀਂ ਦੱਸੋ ਕਿ 1 ਘੰਟਾ ਪੂਰੀ ਠੰਡ ਹਵਾ ਚੱਲਦੀ ਹੋਵੇ, ਬਹਿਣਾ ਤਾਂ ਕੀ ਖੜਨਾ ਔਖਾ ਹੋ ਜਾਂਦਾ। ਔਰ ਉਹ ਕਿਸਾਨ ਵੇਖੋ ਜਿਹਨੂੰ 3 ਮਹੀਨੇ ਹੋ ਗਏ ਆ, ਦਿਨ ਰਾਤ ਜਿਹੜਾ ਘਰ ਛੱਡ ਕੇ, ਆਪਦੇ ਬੱਚੇ ਛੱਡ ਕੇ, ਔਰ ਇੱਥੇ ਜਿਹੜਾ ਕਿ ਧਰਨਿਆਂ ਤੇ ਬੈਠਾ ਹੈ। ਸੁਣੋ, ਡਰੋ, ਰੱਬ ਤੋਂ ਡਰੋ। ਕੇਜਰੀਵਾਲ ਸਾਹਿਬ, ਕੇਜਰੀਵਾਲ ਨੂੰ ਵੀ ਕਹਿਣਾ ਤੇ ਇਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਦੋਵੇਂ ਜਾਣੇ ਜਿਹੜੇ A ਤੇ B ਟੀਮ ਆ ਨਾ, ਇਹ ਜ਼ਰੂਰ ਇਹਨਾਂ ਕੁ ਜ਼ਰੂਰ ਧਿਆਨ ਦਿਓ। ਔਰ 14 ਤਰੀਕ ਨੂੰ ਜਿਵੇਂ ਅੱਜ ਜਿਹੜੀ ਭੁੱਖ ਹੜਤਾਲ ਆ, ਭੁੱਖ ਹੜਤਾਲ ਦੇ ਉੱਤੇ ਕੇਜਰੀਵਾਲ ਸਾਹਿਬ ਨੇ ਤਾਂ ਕਹਿਤਾ ਮੈਂ ਬਹੂੰਗਾ। ਕੇਜਰੀਵਾਲ ਸਾਹਿਬ ਦੇ ਕਿੰਨੇ ਐਮਐਲਏ ਆ ਜਿਨ੍ਹਾਂ ਦਾ ਬਿਆਨ ਆਇਆ ਬਈ? ਆਇਆ ਕਿਸੇ ਦਾ? ਭਗਵੰਤ ਮਾਨ ਵੀ ਬੈਠੇ। ਭਗਵੰਤ ਮਾਨ ਤਾਂ ਵੀਰੇ ਉਹ ਭੁੱਖ ਹੜਤਾਲ ਰੱਖ ਸਕਦਾ, ਭਗਵੰਤ ਮਾਨ ਨੋ ਡਾਊਟ, ਕਿਉਂਕਿ ਭੁੱਖ ਹੜਤਾਲ ਦੇ ਵਿੱਚ ਤੁਸੀਂ ਪਾਣੀ ਪੀ ਸਕਦੇ ਹੋ ਤੇ ਉਹ ਪਾਣੀ ਵਾਲੀ ਬੋਤਲ 'ਚ ਪਾ ਕੇ ਉਹਦੀ ਦਿਹਾੜੀ ਤਾਂ ਲੰਘ ਸਕਦੀ ਹੈ, ਤੇ ਕੇਜਰੀਵਾਲ ਸਾਹਿਬ ਦੀ ਨਹੀਂ ਮੇਰੇ ਹਿਸਾਬ ਨਾਲ ਲੰਘਣੀ ਗੀ। ਕੁਲਦੀਪ ਸਿੰਘ ਜੀਰਾ, ਜਿੱਥੋਂ ਤੱਕ ਕਿਸਾਨਾਂ ਦਾ ਮਸਲਾ, ਗੱਲ ਤਾਂ ਇਹ ਆ ਕਿ ਕਿਸਾਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਨਸਲ ਤੇ ਫਸਲ ਦਾ ਸਵਾਲ ਤੇ ਨਾਲ ਜ਼ਿੰਦਗੀ ਤੇ ਮੌਤ ਦਾ। ਇਹ ਸੈਂਟਰ ਸਰਕਾਰ ਨੇ ਸੋਚਣਾ ਬਿੱਲ ਕਦੋਂ ਵਾਪਸ ਲੈਣੇ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਬੀ, ਨਿਊਜ਼ ਦਿੱਲੀ।